बिस्मिल्लाहिर्रहमानिर्रहीम। सज्जनों ते मित्रों, चाचा ते डॉक्टर ते चाचा फिर आ गए ने तुहाडी खिदमत च। तुहाडा अपना चैनल। गल ये वे कि अज डॉक्टर साहब नाल मेरा दिल करदा कि गल मैं करा मां ते। मावां ठंडियां छावां, मावां जड़ियां ना, मावां दे कदमां च जन्नत हुंदी आ। अल्लाह पाक जिन्हां दियां मावां जिंदा सलामत ने उन्हां दियां लंबियां जिंदगी करे। अल्लाह पाक उन्हां दा साया उन्हां दी औलाद ते हमेशा कायम दैम रखे। जेहड़ी दुनिया तो चलियां गईयां ने, अल्लाह पाक उन्हां नूं जन्नत अल फिरदौस च जगह अता फरमावे, आला मकाम अता फरमावे। आमीन सुम्मा आमीन। डॉक्टर साहब, मां की चीज़ हुंदी है? मां ते छां हुंदी है जी। मां जिहड़ी है यह छां हुंदी है ते यूँ समझ के जिंदगी जन्नत का नमूना हुंदी है। ते मां जिहड़ी है ये ਜਦੋਂ ਬੱਚਾ ਬਾਹਰ ਨਿਕਲਦਾ ਹੈ ਤੇ ਮਾਂ ਉਹਦੇ ਵਾਸਤੇ ਦੁਆ ਕਰਦੀ ਹੈ ਤੇ ਮਾਂ ਦੀ ਦੁਆ ਜਿਹੜੀ ਹੈ ਇਹ ਬੱਚੇ ਦੇ ਹੱਕ 'ਚ ਕਬੂਲ ਹੁੰਦੀ ਹੈ। ਉਹ ਬੁਢਾਪੇ ਦੀ ਹਾਲਤ ਵਿੱਚ ਹੋਵੇ ਤੇ ਭਾਵੇਂ ਜਵਾਨੀ ਦੀ ਹਾਲਤ ਵਿੱਚ ਹੋਵੇ ਤੇ ਬੱਚਾ ਜਿਹੜਾ ਉਹ ਮਾਂ ਨੂੰ ਹੀ ਪੁਕਾਰਦਾ। अच्छा डॉक्टर साहब, बहुत सारे सज्जन ते मित्र मेरियां भैणां ते मेरियां धीआं बुरा ना मनाउण, उन्हां नूं तुहानूं पुराना दौर दसीए कि अज जिहड़ा बच्चा ना उन्हूं ट्राली च पा के नाल दुकानां ते शापिंग वास्ते जांदियां ने, नाल ਲਈ ਫਿਰਦੀਆਂ, चुक नहीं हुंदा। ते ਜਿਹੜੀਆਂ ਆਪਣੀਆਂ ਮਾਵਾਂ ਸਨ ਪੁਰਾਣੇ ਦੌਰ ਦੀਆਂ, ਉਹ ਬੱਚੇ ਨੂੰ ਨਾਲ ਲੈ ਕੇ ਤੇ ਰੋਟੀ ਮਰੱਬੇ ਕਿਵੇਂ, ਦੇਖੋ ਕੀ ਕੀ ਮੈਂ ਕਿਹਾ ਉਹ ਮਾਵਾਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਨੇ ਪਹਿਲੇ ਰੋਟੀਆਂ ਪਕਾਉਣੀਆਂ, ਫਿਰ ਘਰ ਦਾ ਸਾਰਾ ਕੰਮ ਕਰਨਾ, ਫਿਰ ਦਿਨ ਚੜ੍ਹਦੇ ਨੂੰ ਬੱਚਾ ਚੁੱਕ ਕੇ ਝੋਲੀ ਦੇ ਵਿੱਚ ਤੇ ਰੋਟੀ ਸਿਰ ਦੇ ਉੱਤੇ ਲੱਸੀ ਦਾ ਕੁੱਜਾ ਤੇ ਲੱਸੀ ਦੇ ਕੁੱਜੇ ਦੇ ਉੱਤੇ ਰੋਟੀਆਂ, ਤੇ ਫਿਰ ਉਹਨਾਂ ਨੇ ਡੇਰੇ ਪਹੁੰਚਣਾ 2 ਮੀਲ ਸਫ਼ਰ ਕਰਕੇ, ਯਾਨੀ 4 ਕਿਲੋਮੀਟਰ 4 ਕਿਲੋਮੀਟਰ ਸਫ਼ਰ ਕਰਕੇ ਡੇਰੇ ਪਹੁੰਚਣਾ। ਫਿਰ ਉਹਨਾਂ ਨੇ ਜਾ ਕੇ ਸਾਰਾ ਉੱਥੇ ਕੰਮ ਕਰਨਾ, ਬੱਚਾ ਛਾਵੇਂ ਪਾ ਕੇ ਸਾਰਾ ਕੰਮ ਕਰਨਾ, ਆਪਣੇ ਬੱਚੇ ਦਾ ਵੀ ਖਿਆਲ ਕਰਨਾ ਤੇ ਕੰਮ ਵੀ ਆਪਣੇ ਖਾਮਨ ਦੇ ਨਾਲ ਸਾਰਾ ਕਰਵਾਉਣਾ, ਡੇਰੇ ਦਾ, ਮਾਲ ਡੰਗਰ ਦਾ, ਪੱਠੇ ਦਿੱਤੇ ਦਾ। ਅੱਛਾ ਡਾਕਟਰ ਸਾਹਿਬ, ਉਸ ਦੌਰ 'ਚ ਤਾਲੀਮ ਜ਼ਰਾ ਘੱਟ ਸੀ, ਔਰਤ ਨੂੰ ਪੜ੍ਹਾਇਆ ਵੀ ਨਹੀਂ ਸੀ ਜਾਂਦਾ ਤੇ ਆਪਣੀਆਂ ਮਾਵਾਂ ਅਨਪੜ੍ਹ ਸੀ, ਲੇਕਿਨ ਉਹਨਾਂ ਨੇ ਆਪਾਂ ਨੂੰ ਸੋਟੀ ਨਾ ਪੜ੍ਹਾਇਆ, ਕੰਮ ਵੀ ਲਿਖਾਇਆ। ਮੇਰੇ ਖਿਆਲ ਦੇ ਵਿੱਚ ਉਹ ਵਕਤ ਚੰਗਾ ਸੀ। ਚੰਗਾ ਸੀ ਉਹ ਵਕਤ ਚੰਗਾ ਸੀਗਾ। ਮਾਵਾਂ ਨੇ ਜਿਹੜੇ ਲਫ਼ਜ਼ ਪੜ੍ਹਾ ਦਿੱਤੇ ਨਾ, ਤੇ ਮਾਵਾਂ ਨੇ ਜਿੰਨੀ ਸਾਡੇ 'ਤੇ ਮਿਹਨਤ ਕੀਤੀ ਆ ਡਾਕਟਰ ਸਾਹਿਬ, ਉਹ ਸਾਨੂੰ ਹਲੇ ਵੀ ਯਾਦ ਆ ਕਿ ਮਾਂ ਨੇ ਸਕੂਲੇ ਛੱਡ ਕੇ ਆਉਣਾ ਸੋਟੀ ਦੇ ਨਾਲ, ਤੇ ਜਦ ਤੱਕ ਮਾਸਟਰ ਦੇ ਹੱਥ 'ਚ ਬਾਂਹ ਨਹੀਂ ਨਾ ਫੜਾਉਣੀ ਇਸ ਬੱਚੇ ਦੀ, ਉਸ ਵਕਤ ਤੱਕ ਮਾਵਾਂ ਵਾਪਸ ਨਹੀਂ ਸੀ ਮੁੜਦੀਆਂ। ਤੇ ਨਾਲ ਇਹ ਵੀ ਕਹਿਣਾ ਵੀ ਇਹਨੂੰ ਜ਼ਰਾ ਨਾ ਸੋਟੀ ਨਾਲ ਬਣਾ ਕੇ ਰੱਖਿਆ ਜੇ। ਫਿਰ ਉਦੋਂ ਅਸੀਂ ਭੁੱਖੇ ਨਹੀਂ ਸਕੂਲੇ ਜਾਂਦੇ, ਭੁੱਖੇ ਨਹੀਂ ਜਾਂਦੇ। ਉਦੋਂ ਮਾਂ ਨੇ ਭਾਵੇਂ ਸੁਬਾਹ ਸੂਰਜ ਨਿਕਲ ਤੋਂ ਪਹਿਲੇ ਸਕੂਲੇ ਟੋਰਨਾ ਤੇ ਰੋਟੀ ਖਵਾ ਕੇ ਟੋਰਨਾ, ਦਹੀਂ ਪਿਆ ਕੇ, ਰੋਟੀ ਖਾ ਕੇ, ਚਾਹ ਪਿਲਾ ਕੇ। ਚਾਹ ਉਦੋਂ ਘੱਟ ਹੁੰਦੀ ਸੀਗੀ, ਦਹੀਂ ਦੁੱਧ ਲੱਸੀ ਜ਼ਿਆਦਾ ਹੁੰਦਾ ਸੀ, ਤੇ ਸਭ ਕੁਝ ਖਿਲਾ ਪਿਲਾ ਕੇ ਸਕੂਲੇ ਭੇਜਣਾ। ਤੇ ਹੁਣ ਮਾਵਾਂ 10 ਰੁਪਏ ਫੜਾਉਂਦੀਆਂ, ਕਹਿੰਦੀਆਂ ਜਾਓ ਉੱਥੋਂ ਪਾਪੜ ਛਾਪੜ ਖਾ ਲਿਓ। ਅੱਛਾ ਡਾਕਟਰ ਸਾਹਿਬ, ਉਹ ਮੈਨੂੰ ਦੌਰ ਯਾਦ ਆ, ਸਕੂਲੇ ਜਾਂਦੇ ਸੀ, ਕੈਸਾ ਦੌਰ ਸੀ, ਇੱਕ ਦੂਜੇ ਕੋ ਤਖਤੀ ਤੇ ਲਾਉਣ ਲਈ ਪੋਚਾ ਗਾਚੀ ਲੈ ਲੈਣੀ, ਇੱਕ ਦੂਜੇ ਕੋ ਸਿਆਹੀ ਲੈਣੀ, ਉਹ ਵੀ ਅੱਛਾ ਦੌਰ ਸੀ, ਬਿਹਤਰੀਨ ਦੌਰ ਸੀਗਾ ਜੀ ਉਹ। ਦੇਖੋ ਜੀ, ਉਦੋਂ ਅਸੀਂ 5-7 ਬੰਦੇ ਇੱਕੋ ਹੀ ਸਿਆਹੀ ਦੇ ਨਾਲ, ਇੱਕੋ ਹੀ ਢੱਕਣ ਦੇ ਸਿਆਹੀ ਪਾ ਕੇ ਨਾ, ਤੇ ਦੂਰੋਂ ਆ ਕੇ ਡੋਕਾ ਲਾਉਣ ਆਉਣਾ, ਠੀਕ ਹੈ, ਤੇ ਪਿੱਛੇ ਜਾ ਕੇ ਫਿਰ ਲਿਖਣਾ। ਤੇ ਉਹ ਬੜਾ ਵਕਤ ਅੱਛਾ ਸੀਗਾ ਜੀ। ਤੇ ਬੰਦਿਆਂ ਦੇ ਕੋਈ ਇਤਨਾ ਖਰਚਾ ਨਹੀਂ ਸੀ ਹੁੰਦਾ, ਲੇਕਿਨ ਬੰਦਿਆਂ ਦੇ ਵਿੱਚ ਇਨਸਾਨੀਅਤ ਜ਼ਿਆਦਾ। ਅੱਛਾ ਡਾਕਟਰ ਸਾਹਿਬ, ਅੱਜ ਤੋਂ ਕੋਈ 15 ਸਾਲ ਪਹਿਲੇ ਜਿਹੜੇ ਰਿਸ਼ਤੇਦਾਰ ਹੁੰਦੇ ਸੀ ਉਹ ਵੀ ਬੜਾ ਅਹਿਸਾਸ ਕਰਦੇ ਸੀ ਇੱਕ ਦੂਜੇ ਦਾ, ਤੇ ਪੈਸਾ ਉਦੋਂ ਲੱਖਾਂ 'ਚ ਨਹੀਂ ਸੀ ਹੁੰਦਾ, ਹਜ਼ਾਰਾਂ 'ਚ ਹੀ ਸੀ। ਲੱਖ ਤੇ ਕਿਸੇ ਨੇ ਵੇਖਿਆ ਹੀ ਨਹੀਂ ਸੀ, ਤੇ ਸੁਣਦੇ ਹੀ ਹੁੰਦੇ ਸਨ। ਲੱਖ ਬਣਾਉਂਦੇ ਹੀ ਬੰਦੇ ਦੁਨੀਆ ਤੋਂ ਟੁਰ ਗਏ, ਤੇ ਜੇ ਪੈਸਾ ਆਇਆ ਤੇ ਹੁਣ ਅਹਿਸਾਸ ਖਤਮ ਹੋ ਗਿਆ। ਦੇਖੋ ਜੀ, ਉਦੋਂ ਪੈਸਾ ਜਿਹੜਾ ਨਾ, ਇਹ ਇਨਸਾਨ ਦੀ ਜ਼ਰੂਰਤ ਹੀ ਨਹੀਂ ਸੀ ਹੁੰਦੀ। ਗੁਡਸ ਵਿਦ ਗੁਡਸ ਵਾਲਾ ਹਿਸਾਬ ਸੀਗਾ। ਮੈਂ ਯਕੀਨ ਜਾਣੋ, ਬੰਦੇ ਐਵੇਂ ਦੇ ਵੇਖੇ ਆ ਹੁਣ ਤੱਕ, ਮੈਂ ਦੇਖਣ ਡਿਆ ਕਿ ਜਿਨ੍ਹਾਂ ਬੰਦਿਆਂ ਦੀ ਜੇਬ ਦੇ ਵਿੱਚ 1 ਰੁਪਈਆ ਵੀ ਨਹੀਂ ਹੁੰਦਾ, ਲੇਕਿਨ ਉਹ ਬਿਹਤਰੀਨ ਜ਼ਿੰਦਗੀ ਗੁਜ਼ਾਰਦੇ ਆ। ਉਦੋਂ ਪੈਸਾ ਇਨਸਾਨ ਦੀ ਜ਼ਰੂਰਤ ਹੀ ਨਹੀਂ ਸੀ ਹੁੰਦੀ। ਘਰ ਦੇ ਵਿੱਚ ਹਰ ਚੀਜ਼ ਹੋਣੀ, ਦਾਲਾਂ, ਘਿਓ, ਖੰਡ, ਮਿੱਠਾ, ਹਰ ਚੀਜ਼ ਘਰ ਦਾ ਹੋਣਾ, ਤੇ ਬੰਦੇ ਨੇ ਘਰੋਂ ਹੀ ਸਾਰਨਾ। ਅੱਛਾ, ਮਹਿਮਾਨ ਆ ਜਾਣਾ ਤੇ ਹੁਣ ਕਹਿੰਦੇ ਗੋਸ਼ਤ ਲਿਆਓ ਮੁਰਗੀ ਦਾ ਬ੍ਰਾਇਲਰ, ਤੇ ਉਦੋਂ ਘਰ ਦੀਆਂ ਮੁਰਗੀਆਂ, ਦੇਸੀ ਮੁਰਗੇ ਹੁੰਦੇ ਸੀਗੇ, ਦੇਸੀ ਮੁਰਗੇ ਹੁੰਦੇ ਸੀਗੇ, ਘਰ ਦਾ ਹਰ ਚੀਜ਼ ਹੁੰਦੀ ਸੀਗੀ। ਮਿੰਟ ਮਾਰਨਾ ਬੰਦਿਆਂ ਨੇ ਦੇਸੀ ਮੁਰਗਾ ਪਕਾ ਕੇ ਤੇ ਮਹਿਮਾਨ ਦੇ ਅੱਗੇ ਰੱਖ ਦੇਣਾ, ਫਿਰ ਉਹਦੀ ਤਾਕਤ ਵੀ ਅਫਰੀਨ ਹੁੰਦੀ ਆ। ਅੱਛਾ ਡਾਕਟਰ ਸਾਹਿਬ, ਇੱਥੇ ਥੋੜ੍ਹੀ ਜਿਹੀ ਮੈਂ ਮਜ਼ਾਕ ਦੀ ਗੱਲ ਵੀ ਸੁਣਾ ਦਿਆਂ ਸੱਜਣੋ ਤੇ ਮਿੱਤਰੋ। ਇੱਕ ਬਾਬਾ ਜੀ, ਉਹ ਕਹਿੰਦੇ ਨਾ ਦੇਸੀ ਘਿਓ ਦੀਆਂ ਤਾਕਤਾਂ, ਤੁਸੀਂ ਵੀ ਕਹਿੰਦੇ ਬਾਬਿਆਂ ਨੇ ਖਾਧਾ। ਇੱਕ ਬਾਬਾ ਜੀ ਜਾ ਰਿਹਾ ਸੀ ਕਿਤੇ, ਵਾਂਢੇ ਜਾ ਰਿਹਾ ਸੀ ਆਪਣੇ ਰਿਸ਼ਤੇਦਾਰਾਂ ਦੇ ਟ੍ਰੇਨ 'ਚ, ਤੇ ਦੇਸੀ ਘਿਓ ਡੱਬੇ 'ਚ ਲਈ ਜਾਂਦੇ ਸੀ। ਉਹਨਾਂ ਨੇ ਉਹ ਜਿਹੜਾ ਹੁੰਦਾ ਨਾ ਕਲਿੱਪ ਜਿਹਾ ਇੰਝ ਕਰਕੇ ਖਿੱਚਣ ਲਈ, ਜਿਹਨਾਂ ਟ੍ਰੇਨ ਰੁਕਦੀ, ਉਹਨੇ ਡੱਬਾ ਟੰਗ ਤਾ, ਉਹਨੂੰ ਨਹੀਂ ਸੀ ਪਤਾ ਨਹੀਂ ਕਿ ਕਿੱਲੀ ਆ। ਟ੍ਰੇਨ ਰੁਕ ਗਈ, ਉਹਨਾਂ ਨੇ ਲੱਭਿਆ ਕਿ ਬਾਬਾ ਜੀ ਇੱਥੇ ਕਿਉਂ ਟੰਗਿਆ? ਉਹਨੇ ਕਿਹਾ ਪੁੱਤ ਮੈਂ ਤਾਂ ਨਹੀਂ ਟੰਗਿਆ, ਦੇਸੀ ਘਿਓ ਦੀਆਂ ਤਾਕਤਾਂ, ਗੱਡੀ ਰੁਕ ਗਈ। ਦੇਸੀ ਘਿਓ ਦੀਆਂ ਵਾਕਈ ਤਾਕਤਾਂ ਸੀ ਕਿ ਜਿਹੜੇ ਬਾਬੇ ਸਨ ਨਾ,
ਉਹ ਆਪਣੇ ਤਰ੍ਹਾਂ ਗੋਡਿਆਂ ਤੋਂ ਰਹੇ ਹੋਏ ਤਾਂ ਨਹੀਂ, ਬਿਮਾਰ ਤਾਂ ਨਹੀਂ ਹੁੰਦੇ ਸਨ। ਬਿਲਕੁਲ ਬਿਲਕੁਲ, ਉਹ ਤੱਕ ਉਹ ਬਾਬੇ ਹਲੇ ਵੀ ਹੈ ਨੇ ਜੀ। ਅੱਛਾ ਜੀ। ਉਸ ਵਕਤ ਦੇ ਬਾਬੇ ਜਿਹੜੇ ਨੇ ਉਹ 100 ਸਾਲ ਦੇ ਹੋਏ ਤੇ ਤੁਰੇ ਫਿਰਦੇ ਨੇ ਹਲੇ, ਤੇ ਬਾਅਦ ਦੇ ਜਿਹੜੇ ਜਵਾਨ ਬੰਦੇ ਨੇ ਉਹ ਮੰਜਿਆਂ ਤੇ ਬਹਿ ਗਏ, ਮੰਜਿਆਂ ਤੇ ਬਹਿ ਗਏ, ਬਲਕਿ ਸਾਡੀਆਂ ਨਜ਼ਰਾਂ ਦੇ ਸਾਹਮਣੇ ਟੁਰ ਗਏ ਦੁਨੀਆ ਤੋਂ ਬਾਬਾ ਜੀ। ਅੱਜ ਦੇ ਨੌਜਵਾਨਾਂ ਲਈ ਡਾਕਟਰ ਸਾਹਿਬ ਕੀ ਪੈਗਾਮ ਦਿਓਗੇ ਆਖਰ? ਅੱਜ ਦੇ ਨੌਜਵਾਨਾਂ ਨੂੰ ਮੈਂ ਪੈਗਾਮ ਇਹ ਦਵਾਂਗਾ ਕਿ ਵਾਲਿਦੈਨ ਦਾ ਇਹਤਰਾਮ ਕਰੋ, ਆਪਣੀ ਮਾਂ ਦਾ ਇਹਤਰਾਮ ਕਰੋ, ਆਪਣੇ ਬਾਪ ਦਾ ਇਹਤਰਾਮ ਕਰੋ, ਉਹਨਾਂ ਦਾ ਕਹਿਣਾ ਮੰਨੋ, ਫਰਮਾ ਬਰਦਾਰੀ ਵਿੱਚ ਜ਼ਿੰਦਗੀ ਗੁਜ਼ਾਰੋ ਤੇ ਸਿਹਤਮੰਦ ਜ਼ਿੰਦਗੀ ਗੁਜ਼ਾਰੋ, ਤੇ ਬਾਜ਼ਾਰੀ ਸ਼ੈਵਾਂ ਤੋਂ ਪਰਹੇਜ਼ ਕਰੋ, ਤੇ ਆਪਣੇ ਘਰ ਦੀਆਂ ਦੇਸੀ ਸ਼ੈਵਾਂ ਖਾਣ ਦੀ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ, ਤੇ ਵਰਜ਼ਿਸ਼ ਕਰੋ ਤੇ ਅੱਛੀ ਜ਼ਿੰਦਗੀ ਲਾਈਫ ਗੁਜ਼ਾਰੋ। ਸੱਜਣੋ ਤੇ ਮਿੱਤਰੋ, ਤੁਸੀਂ ਵੇਖਦੇ ਪਏ ਸੀ SAJ TV ਡਾਕਟਰ ਤੇ ਚਾਚੇ ਦੇ ਨਾਲ। ਅੱਲਾਹ ਪਾਕ ਸਾਨੂੰ ਆਪਣੇ ਹਿਫਜ਼ੋ-ਮਾਨ 'ਚ ਰੱਖੇ, ਤੁਹਾਨੂੰ ਵੀ ਆਪਣੇ ਹਿਫਜ਼ੋ-ਮਾਨ 'ਚ ਰੱਖੇ। ਅੱਲਾਹ ਪਾਕ ਸਭ ਦੀਆਂ ਨੇਕ ਖਵਾਹਿਸ਼ਾਤ ਪੂਰੀਆਂ ਕਰੇ। ਜਿਹੜੇ ਬੇਔਲਾਦ ਨੇ ਉਹਨਾਂ ਨੂੰ ਔਲਾਦ ਨਰੀਨਾ ਅਤਾ ਫਰਮਾਏ। ਮੇਰੇ ਮੁਲਕ ਨੂੰ ਅਮਨ ਦਾ ਗਹਿਵਾਰਾ ਬਣਾਏ। ਆਮੀਨ ਸੁੰਮਾ ਆਮੀਨ। ਪਾਕਿਸਤਾਨ ਜ਼ਿੰਦਾਬਾਦ।